ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਉੱਤੇ ਪੀਐਸ ਟੈਟ, ਸੀ ਟੈਟ ਤੇ ਮਾਸਟਰ ਗੇਟ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ, ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਫੈਡਰਲਿਜ਼ਮ ਵਾਲਾ ਜਿਹੜਾ ਟੌਪਿਕ ਹੈ ਉਸ ਦੇ ਨਾਲ ਰਿਲੇਟਡ ਐਮਸੀਕਿਊ ਜਿਹੜੇ ਆ ਉਹ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਥਿਊਰੀ ਜਿਹੜੀ ਹੈ ਉਹ ਕੰਪਲੀਟ ਹੋ ਚੁੱਕੀ ਹੈ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋਗੇ। ਠੀਕ ਹੈ ਜੀ। ਸੋ ਇਹਦਾ ਫਸਟ ਪਾਰਟ ਕੰਪਲੀਟ ਹੈ। ਇਸ ਤੋਂ ਅਗਲਾ ਜਿਹੜਾ ਸਾਡਾ ਟੌਪਿਕ ਰਹੂਗਾ ਉਹ ਸੈਂਟਰ ਸਟੇਟ ਜਿਹੜਾ ਰਿਲੇਸ਼ਨਸ਼ਿਪ ਵਾਲਾ ਹੈ, ਜੋ ਕਿ ਫੈਡਰਲਿਜ਼ਮ ਦੇ ਵਿੱਚ ਹੀ ਆਉਂਦਾ ਹੈ। ਅਗਲਾ ਟੌਪਿਕ ਸਾਡਾ ਉਹ ਵਾਲਾ ਰਹੇਗਾ। ਓਕੇ, ਉਹਦੀ ਥਿਊਰੀ ਡਿਸਕਸ ਕਰਾਂਗੇ, ਉਸ ਤੋਂ ਬਾਅਦ ਉਸ 'ਤੇ ਫਿਰ ਐਮਸੀਕਿਊ ਰਹਿਣਗੇ। ਸੋ ਅੱਜ ਇਕੱਲੇ ਫੈਡਰਲਿਜ਼ਮ ਦੇ ਬਾਰੇ ਆਪਾਂ ਡਿਸਕਸ ਕਰਾਂਗੇ, ਉਹਦੇ ਨਾਲ ਰਿਲੇਟਡ ਜਿਹੜੇ ਐਮਸੀਕਿਊ ਨੇ। ਸੋ ਇਹ ਤੁਹਾਨੂੰ ਮਾਸਟਰ ਕੇਡਰ, ਐਨਟੀਟੀ, ਪਟਵਾਰੀ, ਪੀਐਸਪੀਸੀਐਲ, ਪੰਜਾਬ ਪੁਲਿਸ, ਪੀਐਸਪੀਸੀ ਲਈ ਅਤੇ ਪੀਐਸਟੈਟ ਐਗਜ਼ਾਮ ਦੇ ਲਈ ਹੈਲਪ ਹੋਊਗਾ। 20 ਐਮਸੀਕਿਊ ਆਪਾਂ ਡਿਸਕਸ ਕਰਾਂਗੇ, ਫਸਟ ਪਾਰਟ ਰਹੇਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੀਆਂ ਜਿਹੜੀਆਂ PDF ਹੈ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਫਸਟ ਕੁਐਸਚਨ ਦਾ ਹੋਊਗਾ ਜੀ, ਕੇਂਦਰ ਅਤੇ ਰਾਜਾਂ ਦੇ ਆਪਸੀ ਸਬੰਧਾਂ ਦੇ ਆਧਾਰ ਤੇ ਸਰਕਾਰ ਦਾ ਕਿਹੜਾ ਰੂਪ ਹੁੰਦਾ ਹੈ? ਸੋ ਆਪਸ਼ਨ 1 ਹੈ ਸੰਘਾਤਮਕ, ਆਪਸ਼ਨ 2 ਹੈ ਇਕਾਤਮਕ, ਆਪਸ਼ਨ 3 ਹੈ ਸੰਸਦੀ ਅਤੇ ਆਪਸ਼ਨ 4 ਹੈ A ਔਰ C ਆਪਸ਼ਨ। ਇਹਨਾਂ ਨੇ ਗੱਲ ਕੀਤੀ ਹੈ ਕਿ ਕੇਂਦਰ ਅਤੇ ਰਾਜਾਂ ਦੇ ਵਿੱਚ ਜਿਹੜੇ ਆਪਸੀ ਸਬੰਧ ਨੇ ਇਹਨਾਂ ਦੇ ਆਧਾਰ ਦੇ ਉੱਪਰ ਸਰਕਾਰ ਦਾ ਕਿਹੜਾ ਰੂਪ ਹੁੰਦਾ ਹੈ, ਜਿਹਦੇ ਵਿੱਚ ਕੇਂਦਰ ਅਤੇ ਰਾਜ ਦੋਨਾਂ ਦੇ ਵਿਚਕਾਰ ਸਬੰਧ ਹੁੰਦੇ ਹੈਗੇ ਨੇਗੇ, ਮਤਲਬ ਕਿ ਮਿਲ ਜੁਲ ਕੇ ਜਿਹੜੇ ਕੰਮ ਕਰਦੇ ਹੈਗੇ ਆ। ਓਕੇ, ਸੋ ਇਹ ਦੋ ਹੀ ਤਰੀਕਿਆਂ ਦੇ ਨਾਲ ਦੇਖਣ ਨੂੰ ਮਿਲਦੀ ਹੈ। ਸੋ ਇੱਕ ਤਾਂ ਹੈ ਜੀ ਸੰਘਾਤਮਕ ਸ਼ਾਸਨ ਪ੍ਰਣਾਲੀ, ਦੂਸਰੀ ਹੈ ਜੀ ਸੰਸਦੀ ਸ਼ਾਸਨ ਪ੍ਰਣਾਲੀ। ਓਕੇ, ਤਾਂ ਇਹਨਾਂ ਦੋਨਾਂ ਦੇ ਵਿੱਚ ਹੀ ਇੱਕ ਹੈ ਫੈਡਰਲਿਜ਼ਮ ਵਾਲੀ, ਓਕੇ, ਫੈਡਰਲਿਜ਼ਮ ਵਾਲੀ ਜਿਹੜੀ ਗਵਰਨਮੈਂਟ ਹੋ ਜਾਂਦੀ ਹੈ, ਤੇ ਦੂਸਰੀ ਜਿਹੜੀ ਹੈ ਪਾਰਲੀਮੈਂਟਰੀ। ਇਹਨਾਂ ਦੋਨਾਂ ਦੇ ਵਿੱਚ ਹੀ ਜਿਹੜਾ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਗਵਰਨਮੈਂਟ ਜਿਹੜੀ ਹੈਗੀ ਆ, ਜਿਹੜੀ ਕਿ ਸੈਂਟਰ ਅਤੇ ਸਟੇਟ ਇਹ ਦੋਨੋਂ ਹੀ ਆਪਸ ਦੇ ਵਿੱਚ ਮਿਲ ਕੇ ਕੰਮ ਕਰਦੀਆਂ ਹੈਗੀਆਂ ਤੇ ਪੂਰੀ ਸਟੇਟ, ਪੂਰੀ ਕੰਟਰੀ ਨੂੰ ਜਿਹੜਾ ਚਲਾਉਂਦੀਆਂ ਹੈਗੀਆਂ ਨੇ। ਇਹ ਨਹੀਂ ਹੈ ਕਿ ਕੋਈ ਇੱਕ ਪ੍ਰਮੁੱਖ ਹੁੰਦੀ ਹੈ, ਦੋਨੋਂ ਹੀ ਮਿਲ ਕੇ ਜਿਹੜਾ ਸਰਕਾਰ ਨੂੰ ਚਲਾਉਂਦੀਆਂ ਹੈਗੀਆਂ ਅਤੇ ਇੱਕ ਦੂਜੇ ਦੀ ਸਹਾਇਤਾ ਵੀ ਕਰਦੀਆਂ ਹੈਗੀਆਂ ਨੇਗੀਆਂ। ਬਟ ਇਹ ਜ਼ਰੂਰੀ ਹੈ ਕਿ ਇਹਨਾਂ ਦੋਨਾਂ ਸਿਸਟਮ ਦੇ ਵਿੱਚ ਇੱਕ ਸੈਂਟਰ ਗਵਰਨਮੈਂਟ ਹੋਣੀ ਜ਼ਰੂਰੀ ਹੈ ਤੇ ਦੂਸਰੀ ਸਟੇਟ ਗਵਰਨਮੈਂਟ ਹੋਣੀ ਬਹੁਤ ਜ਼ਰੂਰੀ ਹੈ, ਫਿਰ ਹੀ ਅਸੀਂ ਇਹ ਸਿਸਟਮ ਦੇ ਨਾਲ ਜਿਹੜਾ ਲਾਗੂ ਰੱਖ ਸਕਦੇ ਹੈਗੇ ਆ। ਬਟ ਇਕਾਤਮਕ ਦੇ ਵਿੱਚ ਸਿਰਫ ਇੱਕ ਹੀ ਹੁੰਦਾ ਹੈ, ਠੀਕ ਹੈ, ਇੱਕ ਹੀ ਵਿਅਕਤੀ ਹੈੱਡ ਹੋਊਗਾ, ਮੀਨਜ਼ ਕਿ ਇੱਕ ਹੀ ਸਰਕਾਰ ਹੋਊ, ਜਾਂ ਤਾਂ ਸਟੇਟ ਵਾਲੀ ਹੋਊਗੀ ਤੇ ਜਾਂ ਫਿਰ ਸੈਂਟਰ ਵਾਲੀ ਹੋਊਗੀ। ਨੈਕਸਟ ਹੈ ਜੀ 2 ਨੰਬਰ ਕੁਐਸਚਨ, ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਆਪਸੀ ਸਬੰਧਾਂ ਦੇ ਆਧਾਰ ਤੇ ਸਰਕਾਰ ਦਾ ਕਿਹੜਾ ਰੂਪ ਹੁੰਦਾ ਹੈ? ਆਪਸ਼ਨ 1 ਹੈ ਸੰਘਾਤਮਕ, ਆਪਸ਼ਨ 2 ਹੈ ਇਕਾਤਮਕ, ਆਪਸ਼ਨ 3 ਹੈ ਸੰਸਦੀ ਅਤੇ ਆਪਸ਼ਨ 4 ਹੈ A ਔਰ C ਆਪਸ਼ਨ। ਸੋ ਸੇਮ ਇਸ ਦੇ ਵਿੱਚ ਵੀ ਉਹੀ ਪ੍ਰੋਸੈਸ ਰਹੂਗਾ ਕਿ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਇਹਨਾਂ ਦੋਨਾਂ ਦੇ ਆਪਸੀ ਸਬੰਧਾਂ ਦੇ ਆਧਾਰ ਦੇ ਉੱਪਰ ਸਰਕਾਰ ਦਾ ਕਿਹੜਾ ਰੂਪ ਹੋ ਸਕਦਾ? ਸੰਘਾਤਮਕ ਸ਼ਾਸਨ ਪ੍ਰਣਾਲੀ ਅਤੇ ਸੰਸਦੀ। ਇਹਨਾਂ ਦੋਨਾਂ ਦੇ ਵਿੱਚ ਹੀ ਇੱਕ ਦੂਜੇ ਦੇ ਉੱਪਰ ਡਿਪੈਂਡ ਹੁੰਦੇ ਨੇ, ਇੱਕ ਦੂਜੇ ਦੀ ਸਹਾਇਤਾ ਕਰਦੇ ਹੈਗੇ ਨੇ ਤੇ ਇੱਕ ਦੂਜੇ ਤੋਂ ਬਿਨਾਂ ਇਹ ਅਧੂਰੇ ਹੈਗੇ ਨੇਗੇ, ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ। ਓਕੇ, ਸੋ ਇਹ ਸਾਡੇ ਭਾਰਤ ਦੇ ਵਿੱਚ ਜਿਹੜਾ ਬਿਲਕੁਲ ਪੂਰਨ ਤੌਰ ਦੇ ਉੱਪਰ ਇਹ ਚੀਜ਼ ਲਾਗੂ ਹੈਗੀ ਆ। ਨੈਕਸਟ ਹੈ ਜੀ, ਜਦੋਂ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀ ਦੀ ਵੰਡ ਕੀਤੀ ਗਈ ਹੋਵੇ ਤਾਂ ਸਰਕਾਰ ਦਾ ਕਿਹੜਾ ਰੂਪ ਹੁੰਦਾ ਹੈ? ਸੋ ਆਪਸ਼ਨ 1 ਹੈ ਸੰਘਾਤਮਕ, ਆਪਸ਼ਨ 2 ਹੈ ਇਕਾਤਮਕ, ਆਪਸ਼ਨ 3 ਹੈ ਪ੍ਰਧਾਨਗੀ ਅਤੇ ਆਪਸ਼ਨ 4 ਹੈ ਤਾਨਾਸ਼ਾਹੀ। ਸੋ ਤਾਨਾਸ਼ਾਹੀ ਦੇ ਵਿੱਚ ਜਿਹੜਾ ਹੈ ਇੱਕ ਬੰਦੇ ਕੋਲੇ ਹੋਊਗੀ ਸ਼ਕਤੀ, ਪ੍ਰਧਾਨਗੀ ਦੇ ਵਿੱਚ ਵੀ ਇੱਕ ਬੰਦੇ ਦੇ ਕੋਲੇ ਹੋਊ, ਇਕਾਤਮਕ ਦੇ ਵਿੱਚ ਵੀ ਇੱਕ ਹੀ ਹੋਊ ਤੇ ਸੰਘਾਤਮਕ ਜਿਹੜਾ ਹੈ ਇਹਦੇ ਵਿੱਚ ਨਹੀਂ ਹੋਊਗੀ, ਕਿਉਂਕਿ ਇਸੇ ਦੇ ਵਿੱਚ ਹੀ ਤਾਂ ਪ੍ਰਮੁੱਖ ਹੈ ਕਿ ਇੱਕ ਸੈਂਟਰ ਗਵਰਨਮੈਂਟ ਹੋਊਗੀ ਅਤੇ ਦੂਸਰੀ ਸਟੇਟ ਗਵਰਨਮੈਂਟ ਹੋਊਗੀ। ਠੀਕ ਹੈ ਜੀ, ਕੁਝ ਵਿਸ਼ੇ ਜਿਹੜੇ ਹੈਗੇ ਨੇਗੇ ਉਹ ਸੈਂਟਰ ਗਵਰਨਮੈਂਟ ਕੋਲੇ ਹੋਣਗੇ ਕਾਨੂੰਨ ਬਣਾਉਣ ਦੇ ਨਾਲ ਰਿਲੇਟਡ, ਅਤੇ ਕੁਝ ਜਿਹੜੇ ਹੈਗੇ ਨੇਗੇ ਉਹ ਸਟੇਟ ਕੋਲੇ ਹੋਣਗੇ, ਕਿ ਕੁਝ ਵਿਸ਼ਿਆਂ ਦੇ ਉੱਪਰ ਜਿਹੜਾ ਕਾਨੂੰਨ ਬਣਾਉਣ ਦੀ ਸ਼ਕਤੀ ਉਹ ਸਟੇਟ ਕੋਲੇ ਹੈ ਤੇ ਕੁਝ ਸੈਂਟਰ ਕੋਲੇ ਹੈ। ਇਸੇ ਦੇ ਦੌਰਾਨ ਹੀ ਅਸੀਂ ਕਹਿ ਸਕਦੇ ਹਾਂ ਕਿ ਕੇਂਦਰ ਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਇਹ ਪ੍ਰਕਿਰਿਆ ਦੇਖਣ ਨੂੰ ਮਿਲਦੀ ਹੈ ਸੰਘਾਤਮਕ ਸ਼ਾਸਨ ਪ੍ਰਣਾਲੀ ਦੇ ਵਿੱਚ। ਓਕੇ, ਤੇ ਸੰਘਾਤਮਕ ਸ਼ਾਸਨ ਪ੍ਰਣਾਲੀ ਸਾਡੇ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ ਇਹ ਲਾਗੂ ਹੈਗੀ ਹੈ। ਓਕੇ, ਧਿਆਨ ਨਾਲ ਨੋਟ ਕਰਨਾ, ਇੰਡੀਆ ਦੇ ਵਿੱਚ ਇਹ ਸਾਡੇ ਲਾਗੂ ਹੈਗੀ ਹੈ। ਨੈਕਸਟ ਹੈ ਜੀ 4 ਨੰਬਰ, ਇਕਾਤਮਕ ਸ਼ਾਸਨ ਪ੍ਰਣਾਲੀ ਵਾਲੇ ਦੇਸ਼ ਹਨ। ਆਪਸ਼ਨ 1 ਹੈ ਚੀਨ, ਆਪਸ਼ਨ 2 ਹੈ ਇੰਗਲੈਂਡ, ਆਪਸ਼ਨ 3 ਹੈ ਫਰਾਂਸ ਅਤੇ ਆਪਸ਼ਨ 4 ਹੈ ਉਪਰੋਕਤ ਸਾਰੇ।
सो एकात्मक शासन प्रणाली जिहड़ी है इन्हां सारिਆਂ ਦੇ ਵਿੱਚ ही है। चीन ਦੇ ਵਿੱਚ, इंग्लैंड ਦੇ ਵਿੱਚ ਤੇ फ्रांस ਦੇ ਵਿੱਚ, ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚ एकात्मक शासन प्रणाली है, ना कि संघात्मक। ओके, यानी कि इत्थे शक्तियां जिहड़ियां ਉਹ सिर्फ सेंटर गौरमेंट कोल ही हैगी, स्टेट गौरमेंट है ही नहीं, कोई काम नहीं कर सकती। ठीक है, सारा काम जिहड़ा है वो सेंटर का ही होऊगा। नैक्सट है जी 5 नंबर, इन्हां दे विचों एकात्मक शासन प्रणाली किहड़े देश दे विच पाई जाती है? सो ऑप्शन 1 है आस्ट्रेलिया, ऑप्शन 2 है कैनेडा, ऑप्शन 3 है बेल्जियम ਅਤੇ ऑप्शन 4 है ब्राजील। तो इन्हां दे विचों अगर गल करिए एकात्मक शासन प्रणाली है तो बेल्जियम दे विच पाई जाती है। ओके, ब्राजील दे विच संघात्मक है, कनेडा दे विच संघात्मक है ते आस्ट्रेलिया दे विच संघात्मक हैगी। नैक्सट है जी संघात्मक शासन प्रणाली के देश चुनो। ऑप्शन 1 है कैनेडा, ऑप्शन 2 है रूस, ऑप्शन 3 है स्विट्जरलैंड और ऑप्शन 4 है उपरोक्त सारे। तो सारे ही देश ने जिथे संघात्मक शासन प्रणाली जी है वो पाई जाती हैगी। ओके, ध्यान रखना है कि साडे भारत ने जिहड़ी है संघात्मक शासन प्रणाली अडप्ट की है, ये कनेडा के संविधान तो ही की है। ओके, ना कि अमेरिका तो। कई जने जिहड़े ना भारत की जी प्रणाली है उसनों अमेरिका के उपर टेक करके आउणगे, बट अजिहा नहीं है, ये असी कनेडा के संविधान तो अडप्ट की हैगी। तो साडे भारत दे विच जिहड़ी फैडरल वो कंप्लीट नहीं है, साडे कोले क्वासी ओके अर्धसंघी सिस्टम जिहड़ा पाया जाता है, क्वासी फैडरल गौरमेंट पाई जाती हैगी। ध्यान रखना, ठीक है जी। ये असी कनेडा के कंसैप्ट तो ले है, कनेडा के संविधान तो। नैक्सट है जी 7 नंबर, संघात्मक सरकार दी विशेषतावां दसो। ऑप्शन 1 है शक्तियां की वंड, ऑप्शन 2 है लिखती ते सर्वोच्च संविधान, ऑप्शन 3 है 2 सदनी विधानपालिका ਅਤੇ ऑप्शन 4 है जी उपरोक्त सारे। सो ਇਹ ਨਾ ਮਾਸਟਰ ਗੇਟ ਦੇ ਵਿੱਚ ਲਾਸਟ ਦੇ ਵਿੱਚ ਆਇਆ ਹੋਇਆ ਹੈ ਕਿ संघात्मक सरकार ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ, ਤਾਂ ਤੁਸੀਂ ਇਸ ਦੇ ਵਿੱਚੋਂ ਜਿਹੜਾ ਹੈ ਦੇਖਣਾ ਹੈ, ਕਿਉਂਕਿ ਆਪਾਂ ਇਹ ਥਿਊਰੀ ਦੇ ਵਿੱਚ ਆਲਰੇਡੀ ਕੰਪਲੀਟ ਕਰ ਚੁੱਕੇ ਹਾਂ ਕਿ ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ। ਜਿਨ੍ਹਾਂ ਨੇ ਥਿਊਰੀ ਦੇਖੀ ਹੈ ਉਹਨਾਂ ਨੂੰ ਸਾਰਿਆਂ ਨੂੰ ਆਉਂਦਾ, ਵੈਸੇ ਸੌਖਾ ਹੀ ਹੈ। ਓਕੇ, ਸੋ ਸ਼ਕਤੀਆਂ ਦੀ ਵੰਡ ਜਿਹੜੀ ਹੈ ਜ਼ਰੂਰੀ ਹੈ ਸੰਘਾਤਮਕ ਸਰਕਾਰ ਦੇ ਵਿੱਚ, ਤੇ ਲਿਖਤੀ ਸੰਵਿਧਾਨ ਹੋਣਾ ਜ਼ਰੂਰੀ ਹੈ, ਤੇ ਸੰਵਿਧਾਨ ਦਾ ਜਿਹੜਾ ਹੈ ਉਹ ਸਰਵਉੱਚ ਹੋਣਾ ਜ਼ਰੂਰੀ ਹੈ, ਕੋਈ ਵਿਅਕਤੀ ਜਿਹੜਾ ਹੈ ਉਹ ਸਰਵਉੱਚ ਨਹੀਂ ਹੋਊਗਾ, ਅਤੇ 2 ਸਦਨੀ ਵਿਧਾਨ ਮੰਡਲ ਪਾਇਆ ਜਾਊਗਾ, 2 ਸਦਨੀ ਵਿਧਾਨਪਾਲਿਕਾ ਹੋਊਗੀ, ਜਿਵੇਂ ਕਿ ਸਭਾ ਭਾਰਤ ਦੇ ਵਿੱਚ ਹੈ, ਲੋਕ ਸਭਾ ਭਾਰਤ ਦੇ ਵਿੱਚ ਹੈ। ਇਹ 2 ਸਦਨ ਜਿਹੜੇ ਹੈ ਨਾ ਇੱਥੇ ਪਾਏ ਜਾਂਦੇ ਹੈਗੇ ਆ। ਸੋ ਇਹ ਸਾਰੀਆਂ ਜਿਹੜੀਆਂ ਕਰੈਕਟਰਿਸਟਿਕਸ ਨੇ ਹੈਗੀਆਂ ਇਹ ਸਾਬਤ ਕਰਦੀਆਂ ਨੇ ਕਿ ਸਾਡੇ ਭਾਰਤ ਦੇ ਵਿੱਚ ਸੰਘਾਤਮਕ ਸਰਕਾਰ ਜਾਂ ਸੰਘਾਤਮਕ ਸਰਕਾਰ ਦੀਆਂ ਇਹ ਵਿਸ਼ੇਸ਼ਤਾਵਾਂ ਨੇ। ਨੈਕਸਟ ਹੈ ਜੀ 8 ਨੰਬਰ, एकात्मक शासन प्रणाली ਦੀਆਂ ਵਿਸ਼ੇਸ਼ਤਾਵਾਂ। ਸੋ ऑप्शन 1 है सरकार ਸਾਰੀਆਂ ਸ਼ਕਤੀਆਂ ਕੇਂਦਰ ਕੋਲ, ऑप्शन 2 है संविधान कठोर भी हो सकता है ਤੇ ਲਚਕੀਲਾ भी, ऑप्शन 3 है शक्तियां ਦੀ ਵੰਡ ਅਤੇ ऑप्शन 4 है ए और बी ऑप्शन। एकात्मक शासन प्रणाली ਦੀਆਂ ਵਿਸ਼ੇਸ਼ਤਾਵਾਂ ਹੈਗੀਆਂ ਨੇ ਇਹਨਾਂ ਚੋਂ ਜੀ डी ਵਾਲੀਆਂ। डी ਦਾ मतलब है जी कि ਜਿਹੜੀਆਂ ਸਾਰੀਆਂ ਸ਼ਕਤੀਆਂ ਨੇ ਉਹ ਕੇਂਦਰ ਸਰਕਾਰ ਕੋਲੇ ਹੁੰਦੀਆਂ ਨੇ, ਸਟੇਟ ਦੀ ਕੋਈ ਜ਼ਿੰਮੇਵਾਰੀ नहीं ਹੁੰਦੀ, ਤੇ ਸੰਵਿਧਾਨ कठोर भी हो सकता है ਤੇ ਲਚਕੀਲਾ भी हो सकता है, ਇਹਦੇ ਬਾਰੇ ਕੋਈ ਨਹੀਂ ਹੈ। ओके, ਨੈਕਸਟ ਹੈ ਜੀ 9 ਨੰਬਰ, ਸਵਿਟਜ਼ਰਲੈਂਡ ਦੇ ਵਿੱਚ ਸੰਘ ਦੀਆਂ ਇਕਾਈਆਂ ਨੂੰ ਕੀ ਕਿਹਾ ਜਾਂਦਾ ਹੈ? ऑप्शन 1 है प्रांत, ऑप्शन 2 है कैटनज, ऑप्शन 3 है गणराज ਅਤੇ ऑप्शन 4 है ਰਿਆਸਤਾਂ। ਸੋ ਪ੍ਰਾਂਤਾਂ ਦੀ ਗੱਲ ਕਰੀਏ ਤਾਂ ਪ੍ਰਾਂਤਾਂ ਜਿਹੜੀਆਂ ਸਾਡੇ ਭਾਰਤ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਹੁੰਦੀਆਂ ਸੀ ਨਾ, ਪ੍ਰਾਂਤਾਂ ਕਹਿ ਦਿੰਦੇ ਸੀਗੇ ਰਾਜ ਨੂੰ। ਫਿਰ ਗਣਰਾਜ ਹੈ, ਗਣਰਾਜ ਉਹ ਹੁੰਦਾ ਹੈ ਜਿਹੜਾ ਪੂਰਨ ਤੌਰ ਦੇ ਉੱਪਰ ਸੁਤੰਤਰ ਹੋਵੇ, ਠੀਕ ਹੈ। ਔਰ ਰਿਆਸਤਾਂ ਜਿਹੜੀਆਂ ਇਹ ਵੀ ਸਾਡੇ ਰਾਜਾਂ ਦੇ ਦੁਆਰਾ ਸ਼ੁਰੂ ਕੀਤੀਆਂ ਗਈਆਂ ਸੀ, ਇਹ ਵੀ ਉੱਥੇ ਹੀ ਸੀਗੀਆਂ, ਬਟ ਇਹਨਾਂ ਦੇ ਵਿੱਚੋਂ ਕੈਂਟਸ ਜਿਹੜੇ ਹੈਗੇ ਨੇ ਇਹ ਨਹੀਂ ਹੈਗੇ, ਹੈ ਨਾ। ਸੋ ਇਹ ਦੇਖਣ ਨੂੰ ਨਹੀਂ ਮਿਲਦੇ। ਸੋ ਇਹੀ ਹੈ ਜੀ ਸਵਿਟਜ਼ਰਲੈਂਡ ਦੇ ਵਿੱਚ ਸੰਘ ਦੀਆਂ ਇਕਾਈਆਂ। ਓਕੇ, ਯਾਨੀ ਕਿ पूरा देश जिहड़ा है वो अगे वंडिया गया है कैंटन्स दे विच। नैक्सट है जी 10 नंबर, विश्व का सब तो पहला ते पुराना संघात्मक देश किहड़ा है? ऑप्शन 1 है इंग्लैंड, ऑप्शन 2 है रूस, ऑप्शन 3 है अमेरिका ਅਤੇ ऑप्शन 4 है फ्रांस। तो दुनिया के सब तो पहला संघात्मक ते पुराना जिहड़ा संघात्मक देश है ये है जी USA अमेरिका, ठीक है जी। अमेरिका जिहड़ा है 1799 ਦੇ ਵਿੱਚ ਜਿਹੜਾ ਆਜ਼ਾਦ ਹੁੰਦਾ ਹੈ ਉਸ ਸਮੇਂ ਹੀ ਜਿਹੜਾ ਇਹ ਆਪਣੇ ਸੰਵਿਧਾਨ ਨੂੰ ਕ੍ਰੀਏਟ ਕਰਦਾ ਹੈ, ਠੀਕ ਹੈ, ਤੇ ਇਸ ਨੂੰ ਜਿਹੜਾ ਹੈ ਲਾਗੂ ਕਰ ਦਿੰਦਾ ਹੈ। ਓਕੇ ਜੀ, ਸੋ ਇਸ ਸਮੇਂ ਫਿਰ ਆਪਣਾ ਸੰਵਿਧਾਨ ਬਣਾਉਂਦਾ ਹੈ ਜਿਹੜਾ ਕਿ ਦੁਨੀਆ ਦਾ ਪਹਿਲਾ ਲਿਖਤੀ ਸੰਵਿਧਾਨ ਬਣਦਾ ਹੈ, ਠੀਕ ਹੈ ਜੀ। ਇਹ ਦੁਨੀਆ ਦਾ ਪਹਿਲਾ ਲਿਖਤੀ ਸੰਵਿਧਾਨ ਵੀ ਜਿਹੜਾ ਹੈ ਅਮਰੀਕਾ ਦਾ ਹੀ ਹੈਗਾ, ਇਸ ਤੋਂ ਸ਼ੁਰੂਆਤ ਹੋਈ ਹੈ, ਫਿਰ ਲੋਕਾਂ ਨੇ ਜਿਹੜਾ ਲਿਖਣਾ ਸ਼ੁਰੂ ਕੀਤਾ ਹੈਗਾ ਅਤੇ ਇਹਨਾਂ ਦੇ ਲਿਖਤੀ ਸੰਵਿਧਾਨ ਦੇ ਵਿੱਚ ਹੀ ਪਹਿਲੀ ਵਾਰ ਜਿਹੜੇ ਕਹਿ ਸਕਦੇ ਹੈਗੇ ਮੌਲਿਕ ਅਧਿਕਾਰ ਉਹ ਵੀ ਐਡ ਕੀਤੇ ਗਏ ਨੇ। ਓਕੇ, बट मौलिक अधिकार इन्होंने थोड़ा जिहा देर बाद ऐड किए ने, ये किए है जी 1791 ਦੇ ਵਿੱਚ ਇਹਨਾਂ ਨੇ। ओके,
1777 'ਚ ਆਜ਼ਾਦ ਹੁੰਦੇ ਹੈ। 1799 ਦੇ ਵਿੱਚ ਫਿਰ ਇਹ 87 ਦੇ ਵਿੱਚ 1799 ਦੇ ਵਿੱਚ ਸੰਵਿਧਾਨ ਬਣਾਉਂਦੇ ਆ ਲਿਖਤੀ। ਇਸ ਤੋਂ ਬਾਅਦ ਫਿਰ 91 ਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਸੰਵਿਧਾਨ ਨੂੰ ਫਿਰ ਇਹ ਲਾਗੂ ਕਰਦੇ ਹੈਗੇ ਆ, ਜਿਹਦੇ ਵਿੱਚ ਮੌਲਿਕ ਅਧਿਕਾਰ ਸ਼ਾਮਲ ਸੀਗੇ। ਤੇ ਇੱਥੋਂ ਹੀ ਸਾਡੇ ਸੰਵਿਧਾਨ ਦੇ ਵਿੱਚ ਅਸੀਂ ਮੌਲਿਕ ਅਧਿਕਾਰ ਸਾਡੇ ਸੰਵਿਧਾਨ ਦੇ ਵਿੱਚ ਐਡ ਕੀਤੇ ਨੇ। ਰਾਸ਼ਟਰਪਤੀ ਦਾ ਆਉਂਦਾ ਠੀਕ ਹੈ, ਉਪ ਰਾਸ਼ਟਰਪਤੀ ਸੀ ਅਮਰੀਕਾ ਦੇ ਸੰਵਿਧਾਨ ਤੋਂ ਹੀ ਲਿਆ ਹੈਗਾ। ਇਸ ਤੋਂ ਇਲਾਵਾ ਸਰਬ ਉੱਚ ਅਦਾਲਤ ਜਿਹੜੀ ਹੈ ਇਹ ਵੀ ਅਸੀਂ ਇੱਥੋਂ ਹੀ ਲੈਤੀ ਹੈਗੀ ਜੀ, ਠੀਕ ਹੈ। ਅਤੇ ਹਾਈ ਕੋਰਟ ਦੀ ਜਿਹੜੀ ਵਿਵਸਥਾ ਹੈ ਇਹ ਵੀ ਅਸੀਂ ਇੱਥੋਂ ਹੀ ਲਈ ਹੋਈ ਹੈਗੀ ਆ। ਯਾਨੀ ਕਿ ਬਹੁਤ ਸਾਰੀਆਂ ਜਿਹੜੀਆਂ ਪੋਸਟਾਂ ਨੇਗੀਆਂ ਉਹ ਅਸੀਂ ਸਿਰਫ ਅਮਰੀਕਾ ਦੇ ਵਿੱਚੋਂ ਹੀ ਲੈਤੀਆਂ ਹੈਗੀਆਂ ਨੇ। ਨੈਕਸਟ ਹੈ ਜੀ, ਸਭ ਤੋਂ ਪਹਿਲਾਂ ਸੰਘਾਤਮਕ ਪ੍ਰਣਾਲੀ ਦੀ ਸਰਕਾਰ ਦੀ ਸਥਾਪਨਾ ਅਮਰੀਕਾ ਦੇ ਵਿੱਚ ਕਦੋਂ ਕੀਤੀ ਗਈ? ਆਪਸ਼ਨ 1 ਹੈ 1799 'ਚ, ਆਪਸ਼ਨ 2 ਹੈ 1899 ਦੇ ਵਿੱਚ, ਆਪਸ਼ਨ 3 ਹੈ 1699 ਦੇ ਵਿੱਚ ਅਤੇ ਆਪਸ਼ਨ 4 ਹੈ 1785 ਦੇ ਵਿੱਚ। ਹੁਣੇ ਦੱਸਿਆ ਹੈ 1799 ਦੇ ਵਿੱਚ ਸਭ ਤੋਂ ਪਹਿਲਾਂ ਸੰਘਾਤਮਕ ਸਰਕਾਰ ਦੀ ਸਥਾਪਨਾ ਕੀਤੀ ਗਈ ਸੀ ਅਮਰੀਕਾ ਦੇ ਵਿੱਚ। ਨੈਕਸਟ ਹੈ ਜੀ 12 ਨੰਬਰ, ਭਾਰਤੀ ਸੰਘਾਤਮਕ ਸ਼ਾਸਨ ਪ੍ਰਣਾਲੀ ਕਿਸ ਦੇਸ਼ ਦੀ ਪ੍ਰਣਾਲੀ ਤੇ ਆਧਾਰਿਤ ਹੈ? ਅਮਰੀਕਾ ਦੇ, ਇੰਗਲੈਂਡ ਦੇ, ਕੈਨੇਡਾ ਦੇ ਤੇ ਜਾਂ ਫਿਰ ਜਾਪਾਨ ਦੇ। ਇਹ ਵੀ ਮੈਂ ਪਹਿਲਾਂ ਸੋਲਵ ਕਰਾ ਚੁੱਕਿਆ ਹੈ ਕਿ ਅਸੀਂ ਇਹ ਸੰਘਾਤਮਕ ਸ਼ਾਸਨ ਪ੍ਰਣਾਲੀ ਜਿਹੜੀ ਹੈ ਇਹ ਕੈਨੇਡਾ ਤੋਂ ਲੈਤੀ ਹੈਗੀ ਹੈ, ਠੀਕ ਹੈ। ਕੈਨੇਡਾ ਤੋਂ ਇਹ ਸੰਘਾਤਮਕ ਸ਼ਾਸਨ ਪ੍ਰਣਾਲੀ ਇਸ ਤਰ੍ਹਾਂ ਦੀ ਹੈ ਕਿ ਕੁਆਸੀ ਫੈਡਰਲਿਜ਼ਮ ਹੈ, ਠੀਕ ਹੈ। ਕੁਆਸੀ ਫੈਡਰਲਿਜ਼ਮ ਹੈਗੀ ਆ, ਮਤਲਬ ਕਿ ਕੁਆਸੀ ਫੈਡਰਲਿਜ਼ਮ ਦਾ ਮਤਲਬ ਬਣ ਜਾਂਦਾ ਹੈ ਕਿ ਅਰਧ ਸੰਘੀ, ਓਕੇ। ਜਾਣੀ ਕਿ ਇਹਦੇ ਵਿੱਚ ਸ਼ਕਤੀਆਂ ਜਿਹੜੀਆਂ ਹੈ ਉਹ ਸੈਂਟਰ ਗਵਰਨਮੈਂਟ ਅਤੇ ਸਟੇਟ ਗਵਰਨਮੈਂਟ ਦੇ ਵਿੱਚ ਡਿਵਾਈਡ ਤਾਂ ਜ਼ਰੂਰ ਕੀਤੀਆਂ ਗਈਆਂ ਨੇ, ਪਰ ਜ਼ਿਆਦਾ ਸ਼ਕਤੀਸ਼ਾਲੀ ਜਿਹੜੀ ਹੈ ਉਹ ਸੈਂਟਰ ਹੈਗੀ ਆ। ਇਸੇ ਨੂੰ ਕਿਹਾ ਜਾਂਦਾ ਹੈ ਕੁਆਸੀ ਫੈਡਰਲ ਗਵਰਨਮੈਂਟ ਅਤੇ ਇਹ ਫਿਰ ਕੈਨੇਡਾ ਦੇ ਵਿੱਚ ਐਸਟੈਬਲਿਸ਼ ਹੈਗੀ ਆ, ਉੱਥੋਂ ਫਿਰ ਅਸੀਂ ਅਡਾਪਟ ਕੀਤੀ ਹੋਈ ਹੈ, ਓਕੇ। ਨੈਕਸਟ ਹੈ ਜੀ, ਅੰਗਰੇਜ਼ੀ ਭਾਸ਼ਾ ਦਾ ਸ਼ਬਦ ਫੈਡਰੇਸ਼ਨ ਕਿਸ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਹੈ? ਫਾਰਸੀ ਤੋਂ, ਲਾਤੀਨੀ ਤੋਂ, ਹਿੰਦੀ ਤੋਂ ਤੇ ਜਾਂ ਫਿਰ ਉਰਦੂ ਦੇ। ਸੋ ਇਹ ਲਾਤੀਨੀ ਭਾਸ਼ਾ ਦਾ ਸ਼ਬਦ ਹੈ, ਠੀਕ ਹੈ, ਫੈਡਰੇਸ਼ਨ। ਨੈਕਸਟ ਹੈ ਜੀ 14 ਨੰਬਰ, ਲਾਤੀਨੀ ਸ਼ਬਦ ਫਿਊਡਿਸ ਦਾ ਸ਼ਬਦੀ ਅਰਥ ਕੀ ਹੈ? ਆਪਸ਼ਨ 1 ਹੈ ਸੰਧੀ ਜਾਂ ਸਮਝੌਤਾ, ਆਪਸ਼ਨ 3 ਹੈ ਸੰਘ, ਆਪਸ਼ਨ 3 ਹੈ ਵੰਡ ਅਤੇ ਆਪਸ਼ਨ 4 ਹੈ ਉਪਰੋਕਤ ਸਾਰੇ। ਸੁਲਤਾਨੀ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜੀ ਫੋਡੀਅਸ। ਸੋ ਇਸ ਸ਼ਬਦ ਦਾ ਜਿਹੜਾ ਅਸਲੀ ਅਰਥ ਬਣਦਾ ਹੈ ਇਹ ਹੈ ਜੀ ਟ੍ਰੀਟੀ ਜਾਂ ਸਮਝੌਤਾ। ਇਹ ਰੋਮ ਦੇ ਵਿੱਚੋਂ ਸ਼ੁਰੂਆਤ ਹੋਈ ਹੈ ਇਸ ਦੀ, ਓਕੇ। ਕਿ ਟ੍ਰੀਟੀ ਜਾਂ ਜਿਹੜਾ ਕਹਿ ਸਕਦੇ ਹਾਂ ਅਲਾਇੰਸ ਜਿਹੜਾ ਕਰਨਾ ਹੈ ਇਹਦੇ ਵਿੱਚ ਆ ਜਾਂਦਾ ਹੈ। ਇਹਦੇ ਅਧੀਨ ਕੀ ਹੈ? ਸਮਝੌਤਾ ਕਰਨਾ ਹੈ ਦੋ ਵਿਅਕਤੀਆਂ ਦੇ ਵਿੱਚ ਐਡ ਕਰਕੇ, ਹੈ ਨਾ। ਸੋ ਇਹ ਆਨਸਰ ਹੋਊਗਾ, ਸੌਰੀ ਇੱਥੇ ਮਿਸਟੇਕ ਹੈ, ਓਕੇ। ਸੋ ਇਹ ਆਨਸਰ ਹੈ ਸੰਧੀ ਤੇ ਸਮਝੌਤਾ ਕਰਨਾ। ਇਹਦੇ ਅਧੀਨ ਕੀ ਹੈ ਕਿ ਸੈਂਟਰ ਜਾਂ ਕੋਈ ਹੋਰ ਚੀਜ਼ ਵੀ ਹੋ ਸਕਦੀ ਹੈ, ਠੀਕ ਹੈ, ਜਾਂ ਫਿਰ ਸਟੇਟ, ਇਹਨਾਂ ਦੋਨਾਂ ਦੇ ਵਿੱਚ ਸਮਝੌਤਾ ਕਰਕੇ ਸ਼ਕਤੀਆਂ ਦੀ ਵੰਡ ਕਰਨਾ। ਇਹੀ ਹੈ ਜੀ ਫੈਡਰਲਿਜ਼ਮ ਅਤੇ ਫਿਊਡੀਅਸ ਦੇ ਸ਼ਬਦ ਤੋਂ ਲਿਆ ਗਿਆ ਹੈਗਾ ਜੋ ਲਾਤੀਨੀ ਭਾਸ਼ਾ ਦਾ ਸ਼ਬਦ ਹੈ। ਫੈਡਰੇਸ਼ਨ ਸ਼ਬਦ ਲਾਤੀਨੀ ਭਾਸ਼ਾ ਦੇ ਕਿਸ ਸ਼ਬਦ ਦਾ ਅੰਗਰੇਜ਼ੀ ਅਨੁਵਾਦ ਹੈ? ਫੋਡੀਅਸ, ਆਪਸ਼ਨ 2 ਹੈ ਫੀਡਰਲ, ਆਪਸ਼ਨ 3 ਹੈ ਫਾਰਮੇਸ਼ਨ ਅਤੇ ਆਪਸ਼ਨ 4 ਹੈ ਉਪਰੋਕਤ ਦੇ ਵਿੱਚੋਂ ਕੋਈ ਨਹੀਂ। ਇਹ ਵੀ ਆਪਾਂ ਹੁਣੇ ਕੀਤਾ ਹੈ। ਫੋਡੀਅਸ ਜਿਹੜਾ ਹੈ ਇਸ ਸ਼ਬਦ ਦਾ ਇਹ ਅੰਗਰੇਜ਼ੀ ਅਨੁਵਾਦ ਹੈ। ਹੇਠਾਂ ਦਿੱਤਿਆਂ ਵਿੱਚੋਂ ਕਿਸ ਦੇਸ਼ ਦੇ ਵਿੱਚ ਇੱਕ ਹੈਰੀ ਨਾਗਰਿਕਤਾ ਪਾਈ ਜਾਂਦੀ ਹੈ? ਸੰਯੁਕਤ ਰਾਜ ਅਮਰੀਕਾ, ਸਵਿਟਜ਼ਰਲੈਂਡ, ਕੈਨੇਡਾ ਤੇ ਜਾਂ ਫਿਰ ਭਾਰਤ। ਸੋ ਇੱਕ ਹੈਰੀ ਨਾਗਰਿਕਤਾ ਦਾ ਮਤਲਬ ਹੈ ਸਿੰਗਲ ਸਿਟੀਜ਼ਨਸ਼ਿਪ। ਸੋ ਇਹ ਤਾਂ ਸਾਡੇ ਭਾਰਤ ਦੀ ਹੀ ਐਗਜ਼ਾਮਪਲ ਹੈ, ਜਿਸ ਕਰਕੇ ਇਹੀ ਹੈ। ਸੋ ਬਾਕੀ ਅਮਰੀਕਾ ਦੇ ਵਿੱਚ, ਸਵਿਟਜ਼ਰਲੈਂਡ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਜਿਹੜੀ ਹੈ ਦੋਹਰੀ ਨਾਗਰਿਕਤਾ ਹੈ। ਦੋਹਰੀ ਨਾਗਰਿਕਤਾ ਦਾ ਮਤਲਬ ਹੁੰਦਾ ਹੈ ਕਿ ਇੱਕ ਤਾਂ ਨਾਗਰਿਕਤਾ ਜਿਹੜੀ ਹੈ ਸਾਨੂੰ ਰਾਜ ਦੀ ਲੈਣੀ ਪਊਗੀ, ਯਾਨੀ ਕਿ USA ਦੀ ਲੈਣੀ ਪਊਗੀ, ਕੈਨੇਡਾ ਦੀ ਜਾਂ ਸਵਿਟਜ਼ਰਲੈਂਡ ਦੀ, ਤੇ ਦੂਸਰੀ ਫਿਰ ਉਹ ਜਿਸ ਸਟੇਟ ਦੇ ਵਿੱਚ ਰਹਿੰਦਾ ਹੈ ਉੱਥੋਂ ਦੀ ਨਾਗਰਿਕਤਾ ਵੀ ਲੈਣੀ ਪਊਗੀ, ਓਕੇ। ਸੋ ਇਹੀ ਚੀਜ਼ ਕਹਾਊਗੀ ਦੋਹਰੀ। ਬਟ ਇਕਹਿਰੀ ਦਾ ਮਤਲਬ ਹੈ ਕਿ ਪੂਰੇ ਖੇਤਰ ਦੇ ਵਿੱਚ ਇੱਕ ਹੀ ਰਾਜ ਹੋਊਗਾ। ਸਟੇਟਾਂ ਹੋਰ ਵੀ ਹੋ ਸਕਦੀਆਂ ਨੇ ਬਟ ਉਹ ਇੱਕ ਹੀ ਦੇਸ਼ ਦਾ ਨਾਗਰਿਕ ਹੋਊਗਾ। ਜਿਵੇਂ ਕਿ ਸਾਡੇ ਭਾਰਤ ਦੇ ਵਿੱਚ 28 ਰਾਜ ਨੇ ਬਟ ਸਾਰੇ ਹੀ ਭਾਰਤੀ ਕਹਾਉਂਦੇ ਹੈਗੇ ਨੇ ਕਿਉਂਕਿ ਉਹ ਭਾਰਤ ਦੇ ਅਧੀਨ ਹੈਗੇ ਨੇ, ਓਕੇ। ਹਾਂ, ਬਟ ਇਹ ਧਿਆਨ ਰੱਖਣਾ ਹੈ ਕਿ ਪਹਿਲਾਂ ਜੰਮੂ ਐਂਡ ਕਸ਼ਮੀਰ ਜਿਹੜਾ ਹੈ ਉਹ ਵਿਸ਼ੇਸ਼ ਰਾਜ ਹੁੰਦਾ ਸੀ, ਉਹਦੀ ਸਾਨੂੰ ਦੋਹਰੀ ਨਾਗਰਿਕਤਾ ਜ਼ਰੂਰ ਲੈਣੀ ਪੈਂਦੀ ਸੀਗੀ, ਠੀਕ ਹੈ। ਬਟ ਇਹ ਵੀ ਹੁਣ ਰਿਮੂਵ ਕਰ ਦਿੱਤਾ ਹੈ 2020 ਦੇ ਵਿੱਚ। ਹੁਣ ਉੱਥੋਂ ਦਾ ਜਿਹੜਾ ਹੈ ਨਾ 270 ਨੰਬਰ ਆਰਟੀਕਲ ਸੀ ਜਿਹੜਾ, ਉਹਨੂੰ ਰਿਮੂਵ ਕਰਕੇ ਇਸ ਦੇ ਵਿਸ਼ੇਸ਼ ਦਰਜੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਤੇ ਹੁਣ ਜੰਮੂ ਐਂਡ ਕਸ਼ਮੀਰ ਜਿਹੜਾ ਉਹ ਭਾਰਤ ਦਾ ਹੈ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਹੁਣ ਭਾਰਤ ਦੀ ਹੀ ਨਾਗਰਿਕਤਾ ਚੱਲਦੀ ਹੈ, ਜਾਣੀ ਕਿ ਵਰਤਮਾਨ ਸਮੇਂ ਇੱਥੇ ਹੁਣ ਇੱਕ ਹੈਰੀ ਨਾਗਰਿਕਤਾ ਹੀ ਪਾਈ ਜਾਂਦੀ ਹੈ, ਨਾ ਕਿ ਦੋਹਰੀ। ਪਹਿਲਾਂ ਹੁੰਦੀ ਸੀਗੀ 2020 ਤੋਂ, ਓਕੇ। ਨੈਕਸਟ ਹੈ ਜੀ 17 ਨੰਬਰ, ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਵਿੱਚ ਭਾਰਤ ਨੂੰ ਰਾਜਾਂ ਦਾ ਸੰਗ੍ਰਹਿ ਕਿਹਾ ਗਿਆ ਹੈ? ਅਨੁਛੇਦ 1, ਅਨੁਛੇਦ 11, ਅਨੁਛੇਦ 2, ਅਨੁਛੇਦ 3।
ਭਾਰਤੀ ਸੰਵਿਧਾਨ ਦੇ अनुच्छेद 1 ਦੇ ਵਿੱਚ ਕਿਹਾ ਗਿਆ ਹੈ ਜੀ ਭਾਰਤ ਨੂੰ ਰਾਜਾਂ ਦਾ ਸੰਗ੍ਰਹਿ, ਓਕੇ, ਰਾਜਾਂ ਦਾ ਸੰਗ੍ਰਹਿ ਕਿਹਾ ਜਾਂਦਾ ਹੈ ਜੀ ਇਸ ਨੂੰ। ਨੈਕਸਟ ਹੈ ਜੀ ਭਾਰਤੀ ਸੰਘਾਤਮਕ ਸ਼ਾਸਨ ਪ੍ਰਣਾਲੀ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ। ਆਪਸ਼ਨ 1 ਹੈ ਸੰਵਿਧਾਨ ਦੀ 7ਵੀਂ ਸੂਚੀ ਅਨੁਸਾਰ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਭਾਰਤ ਸੰਘਾਤਮਕ ਪ੍ਰਣਾਲੀ ਜਿਹੜੀ ਹੈ ਅਮਰੀਕਾ ਤੇ ਆਧਾਰਿਤ ਹੈ। ਆਪਸ਼ਨ 3 ਹੈ ਸੰਵਿਧਾਨ ਹੀ ਸਰਵਉੱਚ ਕਾਨੂੰਨ ਹੈ। ਅਤੇ ਆਪਸ਼ਨ 4 ਹੈ ਭਾਰਤ ਦੇ ਵਿੱਚ 2 ਸਦਨੀ ਸੰਸਦ ਹੈ। ਸਹੀ ਦੱਸਣਾ ਹੈ ਆਪਣਾ, ਨਹੀਂ ਦੱਸਣਾ ਹੈ ਕਿ ਕਿਹੜਾ ਸਹੀ ਨਹੀਂ ਇਹਨਾਂ ਦੇ ਵਿੱਚੋਂ। ਸੰਵਿਧਾਨ ਦੀ 7ਵੀਂ ਸੂਚੀ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਬਿਲਕੁਲ ਸਹੀ ਹੈ। ਠੀਕ ਹੈ, ਸੰਵਿਧਾਨ ਭਾਰਤੀ ਸੰਘਾਤਮਕ ਪ੍ਰਣਾਲੀ ਜਿਹੜੀ ਹੈ ਅਮਰੀਕੀ ਪ੍ਰਣਾਲੀ ਤੇ ਆਧਾਰਿਤ ਹੈ, ਇਹ ਗਲਤ ਹੈ। ਓਕੇ, ਕਿਉਂ? ਕਿਉਂਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸਾਡੀ ਪ੍ਰਣਾਲੀ ਜਿਹੜੀ ਹੈ ਉਹ ਕੈਨੇਡਾ ਤੇ ਆਧਾਰਿਤ ਹੈਗੀ ਆ। ਓਕੇ, ਅਤੇ ਸੰਵਿਧਾਨ ਹੀ ਸਰਵਉੱਚ ਹੁੰਦਾ ਹੈ, ਸੰਘਾਤਮਕ ਸ਼ਾਸਨ ਪ੍ਰਣਾਲੀ ਦੇ ਵਿੱਚ ਵੀ ਹੈ ਤੇ ਸਾਡੇ ਭਾਰਤ ਦੇ ਵਿੱਚ ਐਕਚੁਅਲ ਦੇ ਵਿੱਚ ਹੈ ਵੀ ਹੈ। ਭਾਰਤ ਵਿੱਚ 2 ਸਦਨੀ ਸੰਸਦ ਹੈ, ਇੱਕ ਲੋਕ ਸਭਾ ਅਤੇ ਇੱਕ ਰਾਜ ਸਭਾ, ਇਹ ਦੋਨੋਂ ਹੀ ਜਿਹੜੇ ਅਸੀਂ 2 ਸਦਨ ਹੈਗੇ ਨੇ, ਇਹ ਵੀ ਸਹੀ ਹੈ। ਤਾਂ ਇੱਥੇ ਫਿਰ ਸਾਡੇ ਕੋਲ ਜਿਹੜਾ ਕੈਨੇਡਾ ਵਾਲਾ ਗਲਤ ਹੋ ਜਾਊਗਾ, ਯਾਨੀ ਕਿ ਅਮਰੀਕਾ ਤੋਂ ਅਸੀਂ ਪ੍ਰਣਾਲੀ ਨਹੀਂ ਲਈ, ਇਹ ਅਸੀਂ ਕੈਨੇਡਾ ਤੋਂ ਲਈ ਹੋਈ ਹੈ। ਓਕੇ, ਸੋ ਬੀ ਆਨਸਰ ਸਹੀ ਹੋਊਗਾ। ਨੈਕਸਟ ਹੈ ਜੀ 19 ਨੰਬਰ ਭਾਰਤੀ ਸੰਘਾਤਮਕ ਸ਼ਾਸਨ ਵਿੱਚ ਇਕਾਤਮਕ ਦੇ ਚਿੰਨ੍ਹ ਕਿਹੜੇ ਹਨ। ਆਪਸ਼ਨ 1 ਹੈ ਇਕਹਿਰੀ ਨਾਗਰਿਕਤਾ, ਆਪਸ਼ਨ 2 ਹੈ ਇਕਹਿਰਾ ਵਿਸ਼ਾਲ ਸੰਵਿਧਾਨ, ਆਪਸ਼ਨ 3 ਹੈ ਮਜ਼ਬੂਤ ਕੇਂਦਰ ਦੀ ਸਥਿਤੀ ਅਤੇ ਆਪਸ਼ਨ 4 ਹੈ ਉਪਰੋਕਤ ਸਾਰੇ। ਤਾਂ ਥਿਊਰੀ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਬੇਸ਼ੱਕ ਸਾਡੇ ਭਾਰਤ ਦੇ ਵਿੱਚ ਸੰਘਾਤਮਕ ਸ਼ਾਸਨ ਪ੍ਰਣਾਲੀ ਹੈ ਕਿ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਪਰ ਫਿਰ ਵੀ ਸਾਨੂੰ ਇਕਾਤਮਕ ਦੇ ਜਿਹੜੇ ਚਿੰਨ੍ਹ ਉਹ ਦੇਖਣ ਨੂੰ ਮਿਲਦੇ ਨੇ ਕਿ ਕੇਂਦਰ ਹੀ ਜਿਹੜਾ ਹੈ ਜ਼ਿਆਦਾ ਪਾਵਰਫੁਲ ਹੈ। ਇਹ ਆਪਸ਼ਨ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਓਕੇ, ਇਹ ਕਿੱਥੋਂ ਦੇਖਣ ਨੂੰ ਮਿਲਦੇ ਨੇ ਕਿ ਇੱਕ ਤਾਂ ਇਕਹਿਰੀ ਨਾਗਰਿਕਤਾ ਹੈਗੀ, ਵਿਸ਼ਾਲ ਸੰਵਿਧਾਨ ਹੈ ਤੇ ਇਕਹਿਰਾ ਹੈ। ਠੀਕ ਹੈ, ਰਾਜਾਂ ਦਾ ਆਪਣਾ ਵੱਖਰਾ ਸੰਵਿਧਾਨ ਨਹੀਂ ਹੈ, ਸਿਰਫ ਕੇਂਦਰ ਦਾ ਹੀ ਹੈਗਾ। ਰਾਜ ਨੂੰ ਕੋਈ ਜਿਹੜਾ ਅਧਿਕਾਰ ਨਹੀਂ ਹੋਊਗਾ ਅਲੱਗ ਤੋਂ ਸੰਵਿਧਾਨ ਬਣਾਉਣ ਦਾ। ਔਰ ਇਸ ਤੋਂ ਇਲਾਵਾ ਮਜ਼ਬੂਤ ਕੇਂਦਰ ਦੀ ਵਿਵਸਥਾ, ਯਾਨੀ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਜ਼ਿਆਦਾ ਮਜ਼ਬੂਤ ਹੈ ਸਟੇਟਾਂ ਦੇ ਨਾਲੋਂ। ਠੀਕ ਹੈ ਜੀ, ਸੋ ਇਸੇ ਕਰਕੇ ਫਿਰ ਡੀ ਆਨਸਰ ਇਸ ਦਾ ਸਹੀ ਹੋ ਜਾਊਗਾ। ਨੈਕਸਟ ਹੈ ਜੀ 20 ਨੰਬਰ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਕੁੱਲ ਕਿੰਨੇ ਪ੍ਰਾਂਤ ਨੇ। ਆਪਸ਼ਨ 1 ਹੈ 50, ਆਪਸ਼ਨ 2 ਹੈ 51, ਆਪਸ਼ਨ 3 ਹੈ 52 ਅਤੇ ਆਪਸ਼ਨ 4 ਹੈ 48। ਸੰਯੁਕਤ ਰਾਜ ਅਮਰੀਕਾ ਦੇ ਵਿੱਚ ਵਰਤਮਾਨ ਸਮੇਂ ਜਿਹੜਾ ਹੈ 50 ਪ੍ਰਾਂਤ ਜਿਹੜੇ ਮੌਜੂਦ ਨੇ, ਮਤਲਬ ਕਿ 50 ਰਾਜ ਉਸ ਦੇ ਵਿੱਚ ਮੌਜੂਦ ਹੈਗੇ ਨੇ, ਸਾਡੇ ਕੋਲ 28 ਹੈਗੇ ਆ। ਓਕੇ, ਤੇ ਇਸ ਚੀਜ਼ ਨਾਲ ਹੈ। ਸੋ ਇਹ ਸੀ ਅੱਜ ਦੇ ਸਾਡੇ MCQ। ਸੋ ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਹੈਲਪਫੁਲ ਰਹਿਣਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।